ਸਤਿ ਸ਼੍ਰੀ ਅਕਾਲ ਪਿਆਰੇ ਵਿਦਿਆਰਥੀਓ। ਮੈਂ ਸੁਖਜਿੰਦਰ ਸਿੰਘ, ਮੈਥ ਮਾਸਟਰ, ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਬੁਰਜਹਰੀ। ਅੱਜ ਮੈਂ ਤੁਹਾਡੇ ਲਈ NMMS ਅਤੇ NTSC ਦੇ ਵਿੱਚ ਜੋ ਮੈਂਟਲ ਐਬਿਲਿਟੀ ਨਾਲ ਸੰਬੰਧਿਤ ਸਵਾਲ ਪੁੱਛੇ ਜਾਂਦੇ ਨੇ ਉਹ ਸਵਾਲਾਂ 'ਤੇ ਵਿਚਾਰ ਕਰਾਂਗਾ। ਸਮਾਂ ਖਰਾਬ ਨਾ ਕਰਦੇ ਹੋਏ ਆਪਾਂ ਕੰਮ ਸ਼ੁਰੂ ਕਰ ਦਿਆਂਗੇ। ਤੁਹਾਨੂੰ ਸਕਰੀਨ ਦੇ ਉੱਤੇ ਪਹਿਲਾ ਸਵਾਲ ਨਜ਼ਰ ਆ ਰਿਹਾ ਹੈਗਾ। ਇਹ ਇੱਕ ਲੜੀ ਦਿੱਤੀ ਹੋਈ ਆ, ਅਰਥਾਤ ਸੀਰੀਜ਼ ਗਿਵਨ ਦਿੱਤੀ ਹੋਈ ਆ। ਚਾਰ ਉਹਦੀਆਂ ਆਪਸ਼ਨਾਂ ਨੇ ਸਾਡੇ ਸਾਹਮਣੇ। ਅਸੀਂ ਧਿਆਨ ਨਾਲ ਦੇਖਦੇ ਹਾਂ ਸਾਡੀ ਸੀਰੀਜ਼ ਕੀ ਆ, 3 6 18 72 ਯਾਨੀ ਕਿ ਚਾਰਾਂ ਆਪਸ਼ਨਾਂ ਦੇ ਵਿੱਚੋਂ ਸਾਡਾ ਇੱਕ ਜਿਹੜਾ ਆਨਸਰ ਇੱਥੇ ਆਉਣਾ ਚਾਹੀਦਾ ਗਾ। ਤਾਂ ਤੁਸੀਂ ਸਭ ਤੋਂ ਪਹਿਲਾਂ ਸੀਰੀਜ਼ ਨੂੰ ਬੜੇ ਧਿਆਨ ਨਾਲ ਦੇਖਣਾ ਗਾ। ਤੁਸੀਂ ਦੇਖਣਾ ਵੀ ਇਹਨਾਂ ਦੇ ਆਪਸ ਵਿੱਚ ਸੰਬੰਧ ਕੀ ਹੈਗਾ, ਅਤੇ ਜਿਉਂ-ਜਿਉਂ ਤੁਸੀਂ ਪ੍ਰੈਕਟਿਸ ਕਰੋਗੇ ਤੁਸੀਂ ਪ੍ਰਪੱਖ ਹੁੰਦੇ ਜਾਓਗੇ ਅਤੇ ਉਨੀ ਜਲਦੀ ਨਾਲ ਤੁਸੀਂ ਇਹਨਾਂ ਸਵਾਲਾਂ ਨੂੰ ਅਟੈਂਪਟ ਕਰੀ ਜਾਓਗੇ। ਸਭ ਤੋਂ ਪਹਿਲਾਂ ਜ਼ਰੂਰੀ ਹੈ ਤੁਹਾਡੀ ਪ੍ਰੈਕਟਿਸ, ਬਹੁਤ ਜ਼ਰੂਰੀ ਆ। ਤਾਂ ਅਸੀਂ ਸ਼ੁਰੂ ਕਰਦੇ ਹਾਂ। ਪਹਿਲਾ ਸਵਾਲ ਤੁਹਾਡੀ ਸਕਰੀਨ 'ਤੇ ਹੈਗਾ, ਦੇਖੋ। ਤੁਸੀਂ ਸਾਰੇ ਕੋਸ਼ਿਸ਼ ਕਰੋ ਪਹਿਲਾਂ ਆਪਣੇ ਆਪ। ਮੇਰੇ ਖਿਆਲ 'ਚ ਤੁਸੀਂ ਕੋਸ਼ਿਸ਼ ਕਰ ਰਹੇ ਹੋਵੋਗੇ ਅਤੇ ਉਮੀਦ ਕਰਦਾ ਆਨਸਰ ਵੀ ਤੁਸੀਂ ਪਤਾ ਕਰ ਲਿਆ ਹੋਣਾ ਗਾ। ਚਲੋ ਆਪਾਂ ਸ਼ੁਰੂ ਕਰਦੇ ਹਾਂ। ਜੇਕਰ ਤੁਸੀਂ ਆਪਦਾ ਆਨਸਰ ਲਾ ਚੁੱਕੇ ਹੋ, ਮੈਂ ਤੁਹਾਨੂੰ ਥੋੜ੍ਹਾ ਕੁਝ ਸਮਾਂ ਦਿਆ ਕਰਾਂਗਾ ਤਾਂ ਜੋ ਤੁਸੀਂ ਸੋਚ ਕੇ ਆਪਦਾ ਆਨਸਰ ਲੱਭ ਸਕੋ। ਉਸ ਤੋਂ ਬਾਅਦ ਮੈਂ ਸਵਾਲ ਹੱਲ ਕਰਿਆ ਕਰਾਂਗਾ। ਤਾਂ ਤੁਹਾਡੀ ਸਕਰੀਨ ਦੇ ਉੱਤੇ ਦੇਖੋ, ਸਭ ਤੋਂ ਪਹਿਲਾਂ ਸਾਡਾ ਲੜੀ ਦਾ ਪਹਿਲਾ ਮੈਂਬਰ 3 ਆ, ਦੂਸਰਾ ਮੈਂਬਰ 6 ਆ, ਫਿਰ 18 ਅਤੇ 72। ਤਾਂ ਅਸੀਂ ਦੇਖਦੇ ਹਾਂ, ਸਾਨੂੰ ਪਤਾ ਲੱਗ ਰਿਹਾ ਵੀ 3 3 ਦੂਣੀ 6, 6 ਤੀਏ 18। ਦੇਖੋ ਸੌਖਾ ਸੀਗਾ, 3 ਦੂਣੀ 6, 6 ਤੀਏ 18, 18 ਚੌਕ 72। 3 ਨੂੰ 2 ਨਾਲ ਗੁਣਾ ਕੀਤੀ, ਤਾਂ ਜਦੋਂ 3 ਨੂੰ 2 ਨਾਲ ਗੁਣਾ ਕੀਤੀ ਆ ਤਾਂ ਸਾਡੇ ਕੋਲ 6 ਬਣ ਗਿਆ। 3 ਗੁਣਾ 2 ਬਰਾਬਰ 6 ਬਣ ਗਿਆ। ਫਿਰ 6 ਨੂੰ 3 ਨਾਲ ਗੁਣਾ ਕੀਤੀ, 18 ਬਣ ਗਿਆ। ਫਿਰ 18 ਨੂੰ 4 ਨਾਲ ਗੁਣਾ ਕੀਤੀ, 72 ਬਣ ਗਿਆ। ਤਾਂ 72 ਨੂੰ ਕਿੰਨੇ ਨਾਲ ਗੁਣਾ ਹੋਊਗੀ? ਦੇਖੋ ਸੀਰੀਜ਼ ਉਸ ਤਰ੍ਹਾਂ ਹੀ ਲੜੀ ਬਣਦੀ ਜਾ ਰਹੀ ਆ। ਪਹਿਲਾਂ 2 ਨਾਲ ਗੁਣਾ ਹੋਈ, ਫਿਰ 3 ਨਾਲ ਹੋਈ, ਫਿਰ 4 ਨਾਲ ਹੋਈ, ਫਿਰ 5 ਨਾਲ ਹੋਈ। ਤਾਂ 72 ਨੂੰ 5 ਨਾਲ ਗੁਣਾ ਕਰੋ, 5 ਦੂਣੀ 10 ਦੀ 0, ਹਾਸਲਾ 1, 5 7 35, 35 ਤੇ 1 36। ਤਾਂ ਸਾਡਾ ਜਿਹੜਾ ਅਗਲਾ ਮੈਂਬਰ ਆ ਉਹ 360 ਆਵੇਗਾ। ਹੁਣ ਅਸੀਂ ਦੇਖਦੇ ਹਾਂ, ਤਾਂ ਇਹਦਾ ਮਤਲਬ ਸਾਡਾ ਜਿਹੜਾ ਦੂਸਰਾ ਗਾ ਉਹ ਸਾਡਾ ਕੀ ਆ ਗਿਆ? ਆਨਸਰ ਆ ਗਿਆ। ਤਾਂ ਸਾਡਾ ਇੱਥੇ ਜਿਹੜਾ ਮੈਂਬਰ ਆ ਉਹ ਸਾਡਾ ਕਿੰਨਾ ਬਣੇਗਾ? 360 ਬਣੇਗਾ। ਤਾਂ ਉਮੀਦ ਆ ਤੁਹਾਨੂੰ ਇਹ ਸਵਾਲ ਸਮਝ ਆ ਗਿਆ ਹੋਵੇਗਾ। ਪਿਆਰੇ ਵਿਦਿਆਰਥੀਓ, ਹੁਣ ਦੂਸਰਾ ਸਵਾਲ ਤੁਹਾਡੀ ਸਕਰੀਨ ਦੇ ਉੱਤੇ ਤੁਹਾਨੂੰ ਨਜ਼ਰ ਆ ਰਿਹਾ ਹੈਗਾ। ਰਕਮ ਸਾਡੀ ਹੈਗੀ ਸਟੇਟਮੈਂਟ। ਇਹ ਵੀ ਲੜੀ ਦਾ ਸਵਾਲ ਆ, ਸੀਰੀਜ਼ ਆ। 3 4 8 17। ਫਿਰ ਇੱਥੇ ਅਸੀਂ ਲੱਭਣਾ ਵੀ ਕਿਹੜਾ ਮੈਂਬਰ ਆਊਗਾ। ਉਸ ਤੋਂ ਬਾਅਦ 58 ਅਤੇ ਫਿਰ 94। 3 4 8 17 -58 94। ਤਾਂ ਇੱਥੇ ਸਾਨੂੰ ਫਿਲ ਇਨ ਦੀ ਬਲੈਂਕ ਦਿੱਤੀ ਆ, ਉਹ ਅਸੀਂ ਫਿਲ ਕਰਨੀ ਆ। ਤੁਹਾਡੇ ਕੋਲ 4 ਆਨਸਰ ਨਜ਼ਰ ਆ ਰਹੇ ਨੇ, 27 40 25 33। ਤਾਂ ਇਹਨਾਂ ਚਾਰਾਂ ਦੇ ਵਿੱਚੋਂ ਇੱਕ ਸੂਈਟੇਬਲ ਜਿਹੜਾ ਆਨਸਰ ਆ ਉਹ ਅਸੀਂ ਇਹਦੇ ਵਿੱਚ ਭਰਨਾ ਗਾ। ਤਾਂ ਉਹੀ ਉਸੇ ਤਰ੍ਹਾਂ ਹੀ ਮੈਂ ਤੁਹਾਨੂੰ 10-15 ਸਕਿੰਟ ਦਿੰਦਾ, ਸੋਚੋ ਤੁਸੀਂ ਵੀ ਕੀ ਇਹਦੇ ਵਿੱਚ ਭਰਿਆ ਜਾਊਗਾ। ਸੋਚੋ ਪਿਆਰੇ ਵਿਦਿਆਰਥੀਓ। ਹਾਂ ਵੀ ਪਿਆਰੇ ਵਿਦਿਆਰਥੀਓ, ਉਮੀਦ ਆ ਤੁਸੀਂ ਕੋਈ ਨਾ ਕੋਈ ਇਹਦੇ ਵਿੱਚੋਂ ਸੂਈਟੇਬਲ ਉੱਤਰ ਲੱਭਿਆ ਹੋਣਾ। ਚਲੋ ਆਪਾਂ ਦੇਖਦੇ ਹਾਂ ਵੀ ਕੀ ਸੀਰੀਜ਼ ਦਿੱਤੀ ਹੋਈ ਆ। ਸਭ ਤੋਂ ਪਹਿਲਾਂ ਅਸੀਂ ਉਸੇ ਤਰ੍ਹਾਂ ਹੀ ਸੰਬੰਧਾਂ ਦਾ ਪਤਾ ਕਰਨਾ ਵੀ ਆਪਸ 'ਚ ਮੈਂਬਰਾਂ ਦਾ ਕੀ ਸੰਬੰਧ ਆ। ਤੁਸੀਂ ਧਿਆਨ ਨਾਲ ਦੇਖੋ, 3 3 ਤੋਂ ਬਾਅਦ 4 4 ਤੋਂ ਬਾਅਦ 8 8 ਤੋਂ ਬਾਅਦ 17 ਸੋ ਹੁਣ। ਅਸੀਂ ਪਹਿਲਾਂ ਸ਼ੁਰੂ 'ਚ ਹੀ ਦੇਖਦੇ ਹਾਂ ਵੀ ਕੀ ਸੰਬੰਧ। ਅਸੀਂ ਦੇਖ ਰਹੇ ਹਾਂ 3 ਅਤੇ 4 ਦੇ ਵਿੱਚ 1 ਦਾ ਫਰਕ ਆ। 3 ਅਤੇ 4 ਵਿੱਚ 1 ਦਾ ਫਰਕ ਆ। ਉਸ ਤੋਂ ਬਾਅਦ 4 ਅਤੇ 8, ਫਿਰ ਕਿੰਨੇ ਦਾ ਫਰਕ ਹੈਗਾ? 4 ਦਾ। 8 ਅਤੇ 9 17, ਫਿਰ ਕਿੰਨੇ ਦਾ ਫਰਕ ਆ? 9 ਦਾ। ਤਾਂ ਥੋੜ੍ਹਾ ਜਿਹਾ ਸੰਬੰਧ ਦੇਖੋ ਧਿਆਨ ਨਾਲ ਤੁਸੀਂ। ਇੱਥੇ ਅਸੀਂ ਦੇਖ ਰਹੇ ਹਾਂ 1 4 9, ਇਹ ਸਾਡੇ ਫਰਕ ਅੱਗੇ ਜਾ ਰਹੇ ਨੇਗੇ। ਤਾਂ ਜੇ ਅਸੀਂ ਇੱਥੋਂ ਹੀ ਦੇਖੀਏ ਤਾਂ ਇੱਥੇ ਅਸੀਂ ਦੇਖ ਰਹੇ ਹਾਂ ਵੀ ਇਹ 1 ਦਾ ਵਰਗ ਆ, ਇਹ 2 ਦਾ ਵਰਗ ਆ, ਇਹ 3 ਦਾ ਵਰਗ ਆ। ਕਹਿਣ ਦਾ ਮਤਲਬ ਪਹਿਲੇ ਦੇ ਵਿੱਚ 1 ਦਾ ਵਰਗ ਕਾਹਦੇ ਬਰਾਬਰ ਹੁੰਦਾ? 1 ਦੇ ਬਰਾਬਰ ਹੀ ਹੁੰਦਾ। ਫਿਰ ਕਿੰਨਾ ਫਰਕ ਸੀਗਾ ਦੂਸਰੇ 'ਚ? ਫਿਰ 2 ਦਾ ਵਰਗ,
2 ਦਾ ਵਰਗ 4 ਦੇ ਬਰਾਬਰ ਆ, 3 ਦਾ ਵਰਗ 9 ਦੇ ਬਰਾਬਰ ਆ, ਤਾਂ ਅੱਗੇ ਵੀ ਸੀਰੀਜ਼ ਇਸ ਤਰ੍ਹਾਂ ਹੀ ਚੱਲੇਗੀ। 4 ਦਾ ਵਰਗ 16 ਦੇ ਬਰਾਬਰ ਆ, 5 ਦਾ ਵਰਗ 25 ਦੇ ਬਰਾਬਰ ਆ। ਤਾਂ ਹੁਣ ਤੁਸੀਂ ਧਿਆਨ ਦਿਓ, ਇੱਥੇ 3 ਦਾ ਵਰਗ ਸੀ ਤਾਂ ਅੱਗੇ ਕਿੰਨੇ ਦਾ ਵਰਗ ਫਰਕ ਹੋਵੇਗਾ? 4 ਦਾ ਵਰਗ ਫਰਕ ਹੋਣਾ ਚਾਹੀਦਾ, ਜਾਣੀ ਕਿ ਇਹਦੇ ਵਿੱਚ 16 ਜੁੜ ਜਾਣਗੇ 17 ਦੇ ਵਿੱਚ। 17 ਦੇ ਵਿੱਚ ਜਾਣੀ ਕਿ 4 ਦਾ ਵਰਗ ਜੋੜਿਆ, ਕਿੰਨਾ ਬਣ ਗਿਆ? 80 13 ਦਾ 30 ਹੈ, 1 1 2 ਤੇ 1 3। ਤਾਂ ਸਾਡਾ ਉੱਤਰ ਕਿੰਨਾ ਆਉਣਾ ਚਾਹੀਦਾ? 33 ਉੱਤਰ ਆਉਣਾ ਚਾਹੀਦਾ। ਤਾਂ ਇਹਦਾ ਮਤਲਬ ਸਾਡਾ 33 ਉੱਤਰ ਆਵੇਗਾ। ਅਸੀਂ ਗਾਹਾਂ ਵੀ ਇਹਨੂੰ ਚੈੱਕ ਕਰ ਸਕਦੇ ਹਾਂ। ਇੱਥੇ ਮੰਨ ਲਓ 33 ਭਰਤੇ ਅਸੀਂ, 33 ਤੋਂ ਬਾਅਦ 58 ਗਾ, ਤਾਂ ਇੱਥੇ ਕਿੰਨੇ ਦਾ ਵਰਗ ਹੋਣਾ ਚਾਹੀਦਾ? 5 ਦਾ ਵਰਗ। ਤਾਂ 33 ਦੇ ਵਿੱਚ 25 ਜੋੜ ਕੇ ਦੇਖੋ, ਸਵਾਲ ਚੈੱਕ ਕਰ ਲੈਂਦੇ ਅਸੀਂ। 5 ਤੇ 3 8, 3 ਤੇ 2 5, ਤਾਂ ਬਿਲਕੁਲ ਸਹੀ ਆ, 58 ਆ ਗਈ। 58 ਦੇ ਅੱਗੇ ਤੁਸੀਂ ਜੋੜ ਕੇ ਦੇਖ ਸਕਦੇ ਹੋ, ਇੱਥੇ 6 ਦਾ ਵਰਗ ਜੁੜੂਗਾ। 8 ਤੇ 6 14 ਦਾ ਚੌਕਾ, 5 ਤੇ 8 ਤੇ 1 9। ਤਾਂ ਇਸ ਲੜੀ ਦੇ ਵਿੱਚ ਜਿਹੜਾ ਡਿਫਰੈਂਸ ਦਿੱਤਾ ਹੋਇਆ ਸੀ, ਪਹਿਲਾਂ 1 ਦਾ ਵਰਗ ਸੀ, ਫਿਰ 2 ਦਾ ਵਰਗ ਸੀ, ਫਿਰ 3 ਦਾ ਵਰਗ ਸੀ, ਫਿਰ 4 ਦਾ, ਸੋ ਹੁਣ ਇਸੇ ਤਰ੍ਹਾਂ ਹੀ ਇਹ ਕੰਟੀਨਿਊ ਸੀ। ਤਾਂ ਇੱਕ ਵੱਖਰੀ ਜੀ ਕਿਸਮ ਦਾ ਸਵਾਲ ਸੀਗਾ, ਬੜੀਆ ਇੰਟਰਸਟਿੰਗ ਸਵਾਲ ਸੀ। ਤਾਂ ਸਾਡਾ ਆਨਸਰ ਕਿੰਨਾ ਆਵੇਗਾ? 33 ਸਾਡਾ ਆਨਸਰ ਆ ਜਾਏਗਾ ਇਸ ਸਵਾਲ ਦਾ। ਉਮੀਦ ਹੈ ਤੁਹਾਨੂੰ ਇਹ ਸਵਾਲ ਸਮਝ ਆ ਗਿਆ ਹੋਣਾ। ਮੈਂ ਪੂਰੀ ਕੋਸ਼ਿਸ਼ ਹੈ ਮੇਰੀ, ਮੈਂ ਤੁਹਾਨੂੰ ਡਿਟੇਲ ਦੇ ਨਾਲ ਸਮਝਾਵਾਂ। ਤਾਂ ਇਹਨਾਂ ਸਵਾਲਾਂ ਦੇ ਵਿੱਚ ਕੀ ਹੁੰਦਾ, ਕੋਈ ਨਾ ਕੋਈ ਆਪਸੀ ਸੰਬੰਧ ਹੁੰਦਾ, ਅਤੇ ਉਹ ਹੌਲੀ ਹੌਲੀ ਜਦੋਂ ਤੁਸੀਂ ਆਉਣ ਵਾਲੇ ਸਵਾਲ ਦੇਖੋਗੇ ਤਾਂ ਵੱਖਰੀ ਵੱਖਰੀ ਕਿਸਮ ਦੇ ਸਵਾਲ ਹੋਣਗੇ। ਪਿਆਰੇ ਵਿਦਿਆਰਥੀਓ, ਤੁਹਾਡੀ ਸਕਰੀਨ 'ਤੇ ਤੀਸਰਾ ਸਵਾਲ ਤੁਹਾਨੂੰ ਨਜ਼ਰ ਆ ਰਿਹਾ ਹੈਗਾ। ਧਿਆਨ ਨਾਲ ਦੇਖੋ। ਸਾਡੇ ਕੋਲੇ ਮੈਂਬਰ ਹੈਗੇ ਨੇ ਲੜੀ ਦੇ 14, 19, 116, 125, 136 ਐਂਡ ਸੋ ਔਨ। 4 ਉਹਦੀਆਂ ਆਪਸ਼ਨਾਂ ਦਿੱਤੀਆਂ ਹੋਈਆਂ ਨੇ, 149, 181, 196 284। ਤਾਂ ਹੁਣ ਪਿਆਰੇ ਵਿਦਿਆਰਥੀਓ, ਤੁਸੀਂ ਕੋਸ਼ਿਸ਼ ਕਰੋ, ਤੁਹਾਨੂੰ ਆਪਾਂ 15-20 ਸਕਿੰਟ ਮੈਂ ਤੁਹਾਨੂੰ ਦਿੰਦਾ ਵੀ ਕੀ ਆ ਸਕਦਾ ਗਾ। ਤੁਸੀਂ ਆਪਦੇ ਮਾਈਂਡ ਨੂੰ ਪੂਰੀ ਤਰ੍ਹਾਂ ਘੁਮਾਉਣਾ, ਸੋਚਣਾ, ਜੋ ਮੈਂਬਰ ਦਿੱਤੇ ਹੋਏ ਉਹਨਾਂ ਦੇ ਆਪਸੀ ਕੀ ਸੰਬੰਧ ਨੇ। ਉਮੀਦ ਆ ਤੁਸੀਂ ਕੋਈ ਨਾ ਕੋਈ ਸੂਟੇਬਲ ਆਨਸਰ ਲਾਜ਼ਮੀ ਲੱਭ ਲਿਆ ਹੋਣਾ। ਹੁਣ ਆਪਾਂ ਕੋਸ਼ਿਸ਼ ਕਰਦੇ ਆਂਗੇ। ਅਸੀਂ ਦੇਖ ਰਹੇ ਹਾਂ ਵੀ 14 ਤੇ 5 19, 19 ਤੋਂ ਬਾਅਦ 116 ਦੇਖੋ, ਇੱਥੇ ਡਿਫਰੈਂਸ 5 ਦਾ ਹੀ ਹੈ, ਪਰੰਤੂ ਅੱਗੇ ਡਿਫਰੈਂਸ ਜ਼ਿਆਦਾ ਗਾ। ਤਾਂ ਕੋਈ ਲੜੀ ਨਹੀਂ ਬਣ ਰਹੀ ਹੈਗੀ, ਸੀਰੀਜ਼ ਨਹੀਂ ਬਣ ਰਹੀ। ਫਿਰ ਅਸੀਂ ਦੇਖਦੇ ਆਂਗੇ ਕੋਈ ਗੁਣਾ ਦੀ ਵੀ ਲੜੀ ਨਹੀਂ ਬਣ ਰਹੀ ਆਪਸ ਦੇ ਵਿੱਚ, ਮਲਟੀਪਲੀਕੇਸ਼ਨ ਦੀ। ਤਾਂ ਹੁਣ ਤੁਸੀਂ ਥੋੜ੍ਹਾ ਧਿਆਨ ਨਾਲ ਦੇਖੋ, ਜੇ ਅਸੀਂ ਹਰ ਇੱਕ ਲੜੀ ਦੇ ਮੂਹਰੋਂ ਅਸੀਂ ਇੱਕ ਛੱਡ ਦਈਏ, ਇੱਥੇ 4 ਆ, ਇੱਥੇ 9 ਆ, ਇੱਥੇ 16 ਗਾ, ਇੱਥੇ 25 ਆ, ਇੱਥੇ 36 ਆ, ਤਾਂ ਅਸੀਂ ਦੇਖ ਰਹੇ ਹਾਂ ਇੱਥੇ 2 ਦਾ ਵਰਗ 4, 3 ਦਾ ਸਕੁਅਰ 9, 4 ਦਾ ਸਕੁਅਰ 16, 5 ਦਾ ਸਕੁਅਰ 25, 6 ਦਾ ਸਕੁਅਰ 36। ਤਾਂ ਇੱਕ ਸੀਰੀਜ਼ ਬਣ ਰਹੀ ਹੈਗੀ। ਤਾਂ ਇੱਕ ਮੇਰੇ ਖਿਆਲ 'ਚ ਇੱਕ ਲੌਜਿਕ ਜਿਹਾ ਆ ਗਿਆ ਵੀ ਜੇ ਅਸੀਂ ਹਰ ਮੈਂਬਰ ਦੇ ਮੂਹਰੋਂ ਇੱਕ ਨੂੰ ਛੱਡ ਦਈਏ ਤਾਂ ਇਹ 2 3 4 5 6 ਇਹਨਾਂ ਦੇ ਵਰਗ ਨੇ, ਸਕੁਅਰ ਆ ਰਹੇ ਆ, ਤਾਂ ਬੜਾ ਸੌਖਾ ਕੰਮ ਹੋ ਜੂਗਾ। ਤਾਂ ਇਹਨਾਂ ਸਵਾਲਾਂ ਦੇ ਵਿੱਚੋਂ ਅਸੀਂ ਦੇਖਦੇ ਹਾਂ, ਜੇ ਅਸੀਂ ਇੱਕ ਨੂੰ ਛੱਡ ਦਈਏ, ਇੱਥੇ 6 ਦਾ ਵਰਗ ਤਾਂ ਅੱਗੇ 7 ਦਾ ਵਰਗ ਆਊ, 7 ਦਾ ਵਰਗ 49। ਤਾਂ ਸਾਡਾ ਜਿਹੜਾ ਆਨਸਰ ਕਿੰਨਾ ਆ ਜਾਏਗਾ? 149 ਆ ਜਾਏਗਾ। ਮੈਂ ਫੇਰ ਦੱਸ ਰਿਹਾ ਤੁਹਾਨੂੰ, ਜੇ ਅਸੀਂ ਹਰੇਕ ਮੈਂਬਰ ਦੇ ਮੂਹਰੋਂ ਇੱਕ ਇੱਕ ਛੱਡ ਦਈਏ ਤਾਂ ਸਾਡੇ ਕੋਲ ਮੈਂਬਰ ਕਿੰਨੇ ਬਣ ਜਾਣਗੇ? 4 9 16 25 36। 2 ਦਾ ਵਰਗ, 3 ਦਾ ਵਰਗ, 4 ਦਾ ਵਰਗ, 5 ਦਾ ਵਰਗ, 6 ਦਾ ਵਰਗ, ਤਾਂ ਅੱਗੇ 7 ਦਾ ਵਰਗ ਕਿੰਨਾ ਆ ਜਾਏਗਾ? 49। ਅਤੇ 49 ਦੇ ਮੂਹਰੇ ਕਿੰਨਾ ਲੱਗ ਜਾਏਗਾ? 1 ਲੱਗ ਜਾਏਗਾ, ਕਿਉਂਕਿ ਸਾਰਿਆਂ ਦੇ ਮੂਹਰੇ 1 1 ਲੱਗਿਆ ਹੋਇਆ ਹੈਗਾ। ਤਾਂ ਸਾਡਾ ਜਿਹੜਾ ਆਨਸਰ ਆ, ਸੂਈਟੇਬਲ ਆਨਸਰ ਕਿੰਨਾ ਆ ਜਾਏਗਾ? 149। ਤਾਂ ਤੀਸਰੇ ਸਵਾਲ ਦਾ ਸਾਡਾ ਆਨਸਰ ਹੋਏਗਾ 149। ਬੜਾ ਹੀ ਇੰਟਰਸਟਿੰਗ ਸਵਾਲ ਸੀਗਾ। ਅਗਲਾ ਸਵਾਲ ਦੇਖਦੇ ਆਂਗੇ। ਪਿਆਰੇ ਵਿਦਿਆਰਥੀਓ, ਚੌਥਾ ਸਵਾਲ ਤੁਹਾਡੀ ਸਕਰੀਨ 'ਤੇ ਤੁਹਾਨੂੰ ਨਜ਼ਰ ਆ ਰਿਹਾ ਹੈਗਾ। ਧਿਆਨ ਨਾਲ ਦੇਖੋ, ਸੀਰੀਜ਼ ਦਿੱਤੀ ਹੋਈ ਹੈ ਸਾਡੇ ਕੋਲੇ 4, 20, 6, 42, 8, 72, 10, ਇੱਥੇ ਅਸੀਂ 4 ਆਪਸ਼ਨਾਂ ਸਾਡੇ ਕੋਲੇ ਨੇ, ਇਹਨਾਂ 'ਚੋਂ ਇੱਕ ਸੂਈਟੇਬਲ ਆਨਸਰ ਅਸੀਂ ਲੱਭਣਾ। ਤਾਂ ਉਸੇ ਤਰ੍ਹਾਂ ਹੀ ਤੁਹਾਨੂੰ ਮੈਂ 10-15 ਸਕਿੰਟ ਦਿੰਦਾ ਗਾ, ਕੋਸ਼ਿਸ਼ ਕਰੋ ਤੁਸੀਂ, ਸ਼ਾਬਾਸ਼। ਕੋਈ ਨਾ ਕੋਈ ਸੂਈਟੇਬਲ ਆਨਸਰ ਲੱਭਣ ਦੀ ਕੋਸ਼ਿਸ਼ ਕਰੋ। ਤੁਸੀਂ ਕੋਈ ਨਾ ਕੋਈ ਸੰਬੰਧ ਬਣਾਉਣਾ ਪਹਿਲਾਂ ਆਪਸੀ ਮੈਂਬਰਾਂ ਦੇ ਵਿੱਚ। ਉਮੀਦ ਆ ਮੈਨੂੰ ਲਾਜ਼ਮੀ ਵੀ ਤੁਸੀਂ ਕੋਈ ਨਾ ਕੋਈ
ਸੂਈਟੇਬਲ ਆਨਸਰ ਆ ਜਿਹੜਾ ਲੱਭ ਲਿਆ ਹੋਣਾਗਾ। ਚਲੋ ਮੈਂ ਸ਼ੁਰੂ ਕਰ ਰਿਹਾ ਫਿਰ ਸਵਾਲ ਹੁਣ। ਤਾਂ ਸਭ ਤੋਂ ਪਹਿਲਾਂ ਅਸੀਂ ਮੈਂਬਰਾਂ ਨੂੰ ਬੜੇ ਧਿਆਨ ਨਾਲ ਦੇਖਣਾ, ਸੋਚਣਾ ਫਿਰ ਉਹਦੇ ਬਾਰੇ। ਦੇਖੋ 4B 4,20 6,42 ਤਾਂ ਟੇਬਲ ਤੁਹਾਡੇ ਸਾਰਿਆਂ ਦੇ ਯਾਦ ਹੀ ਨੇਗੇ। ਤਾਂ ਸਾਨੂੰ ਨਜ਼ਰ ਆ ਰਿਹਾ, ਦੇਖੋ ਵੀ 4 4 5 20, ਪਹਿਲੇ ਦੋ ਜਿਹੜੇ ਮੈਂਬਰਾਂ ਦੇ ਆਪਸੀ ਸੰਬੰਧ ਆ ਉਹ ਦੇਖ ਰਹੇ ਅਸੀਂ 4 5 20, 5 ਨਾਲ ਮਲਟੀਪਲਾਈ ਹੋ ਰਹੀ ਹੈ। ਦੂਸਰੇ ਮੈਂਬਰ ਦੇ ਵਿੱਚ 6 ਸੀਗਾ ਅਗਲਾ ਮੈਂਬਰ, 6 ਦੀ ਮਲਟੀਪਲਾਈ ਕਿੰਨੇ ਨਾਲ ਹੋ ਰਹੀ ਆ 7 ਨਾਲ, 42 ਬਣ ਗਿਆ। ਤਾਂ ਹਰੇਕ ਦਾ ਆਪਸੀ ਸੰਬੰਧ ਆ ਦੇਖੋ। ਇਸੇ ਤਰ੍ਹਾਂ ਹੀ 8 ਦਾ ਸੰਬੰਧ 72 ਨਾਲ ਕਿਵੇਂ ਆ 8 ਨਾਮ 72, 9 ਨਾਲ ਮਲਟੀਪਲਾਈ ਹੋ ਰਹੀ ਆ। ਤਾਂ ਧਿਆਨ ਨਾਲ ਦੇਖੋ, ਪਹਿਲਾਂ 5 ਨਾਲ ਹੋਈ, ਫਿਰ 2 ਦਾ ਗੈਪ ਸੀ 7 ਨਾਲ, ਫਿਰ 2 ਦਾ ਗੈਪ ਸੀ 9 ਨਾਲ। ਤਾਂ ਹੁਣ ਅਗਲਾ ਮੈਂਬਰ ਸਾਡਾ 10 ਆ, 10 ਨੂੰ ਕਿੰਨੇ ਨਾਲ ਮਲਟੀਪਲਾਈ ਹੋਊਗੀ, 2 ਦਾ ਗੈਪ ਪਾਓ 11 ਆ ਗਿਆ, 11 10 110। ਤਾਂ ਸਾਡੀ ਸੀਰੀਜ਼ ਹੈ ਜਿਹੜੀ ਕੰਪਲੀਟ ਹੋ ਗਈ ਬਿਲਕੁਲ। ਦੇਖੋ ਇੱਕ ਲੜੀ ਜੁੜ ਰਹੀ ਆ, ਪਹਿਲਾਂ 5 ਨਾਲ ਮਲਟੀਪਲਾਈ ਕੀਤੀ, ਦੂਜਾ ਮੈਂਬਰ ਆ ਗਿਆ, ਫਿਰ ਤੀਜੇ ਮੈਂਬਰ ਦਾ ਚੌਥੇ ਨਾਲ ਸੰਬੰਧ ਸੀ 7 ਨਾਲ ਮਲਟੀਪਲਾਈ ਕੀਤੀ, ਫਿਰ ਜਿਹੜਾ ਅਗਲਾ ਮੈਂਬਰ ਸੀ 8 ਦਾ ਸੰਬੰਧ 72 ਨਾਲ ਕੀ ਸੀ 9 ਨਾਲ ਮਲਟੀਪਲਾਈ ਹੋਈ। ਇਸੇ ਤਰ੍ਹਾਂ ਹੀ 10 ਦੀ ਗੁਣਾ 11 ਨਾਲ ਹੋਵੇਗੀ। ਤਾਂ ਸਾਡਾ ਜਿਹੜਾ ਸੂਈਟੇਬਲ ਆਨਸਰ ਆ ਉਹ 110 ਆਉਣਾ ਚਾਹੀਦਾ, ਬਿਲਕੁਲ ਸਹੀ ਆ। ਤਾਂ ਸਾਡਾ ਜਿਹੜਾ ਚੌਥੀ ਆਪਸ਼ਨ ਆ ਉਹ ਸਾਡਾ ਸਹੀ ਉੱਤਰ ਆ 110। ਤਾਂ ਸਾਡਾ ਜਿਹੜਾ ਅਗਲਾ ਮੈਂਬਰ ਆ ਜਾਏਗਾ ਉਹ 110 ਆਵੇਗਾ। ਬੜਾ ਹੀ ਇੰਟਰਸਟਿੰਗ ਸਵਾਲ ਸੀਗਾ, ਸੌਖਾ ਵੀ ਸੀਗਾ। ਜੇਕਰ ਤੁਹਾਨੂੰ ਪਹਾੜੇ ਆਉਂਦੇ ਨੇ ਤਾਂ ਤੁਸੀਂ ਸੋਚ ਸਕਦੇ ਹੋ ਪਹਿਲੇ ਦਾ ਦੂਜੇ ਨਾਲ ਕੀ ਸੰਬੰਧ ਸੀ, ਤੀਜੇ ਦਾ ਚੌਥੇ ਨਾਲ, ਚੌਥੇ ਦਾ ਪੰਜਵੇਂ ਨਾਲ, ਇਸ ਤਰ੍ਹਾਂ 10 ਦਾ ਸੰਬੰਧ 110 ਨਾਲ। ਪਿਆਰੇ ਵਿਦਿਆਰਥੀਓ, ਪੰਜਵਾਂ ਸਵਾਲ ਤੁਹਾਡੀ ਸਕਰੀਨ 'ਤੇ ਤੁਹਾਨੂੰ ਨਜ਼ਰ ਆ ਰਿਹਾ ਹੈਗਾ। ਇਹਦੇ ਮੈਂਬਰ ਹਨ 5 28 17 126 ਕੌਮਾ, ਇੱਥੇ ਖਾਲੀ ਜਗ੍ਹਾ ਛੱਡੀ ਹੋਈ ਹੈ, ਫਿਰ ਕੌਮਾ 344। ਤਾਂ ਧਿਆਨ ਨਾਲ ਦੇਖੋ, ਸੀਰੀਜ਼ 4 ਆਪਸ਼ਨਾਂ ਨੇ ਤੁਹਾਡੇ ਕੋਲੇ, ਕੋਸ਼ਿਸ਼ ਕਰੋ। ਵੈਰੀ ਗੁੱਡ। ਕੋਈ ਨਾ ਕੋਈ ਆਪਸੀ ਸੰਬੰਧ ਬਣਾਉਣ ਦੀ ਕੋਸ਼ਿਸ਼ ਕਰਨੀ ਹੈ ਸਭ ਤੋਂ ਪਹਿਲਾਂ ਤੁਸੀਂ, ਵੀ ਮੈਂਬਰਾਂ ਦੇ ਆਪਸੀ ਕੀ ਸੰਬੰਧ ਨੇ, ਉਸੇ ਤਰ੍ਹਾਂ ਹੀ ਸੀਰੀਜ਼ ਅੱਗੇ ਚੱਲਦੀ ਹੁੰਦੀ ਹੈਗੀ। ਉਮੀਦ ਆ ਤੁਸੀਂ ਕੋਈ ਨਾ ਕੋਈ ਸੂਈਟੇਬਲ ਆਨਸਰ ਆ ਜਿਹੜਾ ਲੱਭ ਲਿਆ ਹੋਣਾਗਾ। ਹੁਣ ਆਪਾਂ ਸਵਾਲ ਸ਼ੁਰੂ ਕਰਦੇ ਹਾਂ। ਧਿਆਨ ਨਾਲ ਦੇਖੋ, ਸਾਡੇ ਕੋਲੇ ਪਹਿਲਾ ਮੈਂਬਰ 5 ਆ, ਦੂਸਰਾ ਮੈਂਬਰ ਹੈਗਾ ਸਾਡਾ 28, ਤੀਸਰਾ 17। ਤਾਂ ਇੱਥੇ ਥੋੜ੍ਹਾ ਜਿਹਾ ਕੋਸ਼ਿਸ਼ ਕਰੋ ਵੀ, ਕਿਉਂਕਿ 5 ਤੋਂ ਬਾਅਦ 28, 28 ਤੋਂ ਬਾਅਦ 17 ਪਹਿਲਾਂ ਵੱਧ ਰਹੇ ਆ ਫਿਰ ਘਟ ਰਹੇ ਨੇ। ਤਾਂ ਥੋੜ੍ਹਾ ਜਿਹਾ ਜਦੋਂ ਅਸੀਂ ਸਟ੍ਰੈਸ ਦਿੰਦੇ ਹਾਂ, ਅਸੀਂ 5 ਨੂੰ 5 ਆ ਜਿਹੜਾ ਅਸੀਂ ਦੇਖ ਰਹੇ ਹਾਂਗੇ ਵੀ 2 ਦਾ ਜੇ ਸਕੁਐਰ ਕਰ ਦਈਏ, ਉਹਦੇ ਵਿੱਚ 1 ਜੋੜ ਦਈਏ ਤਾਂ 5 ਬਣ ਜਾਂਦਾ ਗਾ। 28 ਜੇ 3 ਦਾ ਅਸੀਂ ਕਿਊਬ ਕਰ ਦਈਏ ਅਤੇ ਉੱਤੇ ਉਹ 9 9 ਤੇ 27, 27 ਦੇ ਵਿੱਚ 1 ਜੋੜ ਦਈਏ ਤਾਂ 28 ਬਣ ਜਾਵੇਗਾ। 17 4 ਦਾ ਸਕੁਐਰ ਕਰ ਦਈਏ, ਉਹਦੇ ਵਿੱਚ 1 ਜੋੜ ਦਈਏ ਤਾਂ 17 ਬਣ ਜਾਵੇਗਾ। ਇਸੇ ਤਰ੍ਹਾਂ ਹੀ ਉਸ ਤੋਂ ਬਾਅਦ 126 ਆ, ਤਾਂ 126 ਦਾ ਕੀ ਆ, 5 ਦਾ ਕਿਊਬ ਕਰਤਾ ਅਸੀਂ, ਉਹਦੇ ਵਿੱਚ 1 ਜੋੜਤਾ, ਤਾਂ ਇੱਕ ਲੜੀ ਬਣ ਰਹੀ ਹੈਗੀ। ਤਾਂ ਇਹਦਾ ਮਤਲਬ ਪਹਿਲਾਂ ਅਸੀਂ ਸਕੁਐਰ ਕਰ ਰਹੇ ਸੀ 1 ਜੋੜ ਰਹੇ ਸੀ, ਫਿਰ ਕਿਊਬ ਕਰ ਰਹੇ ਸੀ 1 ਜੋੜ ਰਹੇ ਸੀ, ਫਿਰ ਸਕੁਐਰ ਕਰ ਰਹੇ ਸੀ 1 ਜੋੜ ਰਹੇ ਸੀ, ਫਿਰ ਕਿਊਬ। ਤਾਂ ਹੁਣ ਅਗਲਾ ਕੀ ਹੋਵੇਗਾ, ਅਗਲਾ ਸਾਡਾ ਸਕੁਐਰ ਹੋਵੇਗਾ। ਕਿਹਦਾ ਸਕੁਐਰ ਹੋਵੇਗਾ, 6 ਦਾ ਸਕੁਐਰ, ਉਹਦੇ ਵਿੱਚ ਅਸੀਂ 1 ਜੋੜ ਦਿਆਂਗੇ, ਛਿੱਕਮ ਛਿੱਕੀ 36, 36 ਤੇ 1 37। ਤਾਂ ਸਾਡਾ ਆਨਸਰ 37 ਆਉਣਾ ਚਾਹੀਦਾ ਗਾ। ਤਾਂ ਦੇਖੋ ਹਾਂ, ਸਾਡੀ ਆਪਸ਼ਨ ਤੀਸਰਾ ਜਿਹੜੀ ਆਪਸ਼ਨ ਆ ਸਾਡੀ ਸਹੀ ਆ। ਤਾਂ ਸਾਡਾ ਆਨਸਰ ਆਵੇਗਾ 37। ਅਗਲੇ ਨੂੰ ਤੁਸੀਂ ਚੈੱਕ ਕਰ ਸਕਦੇ ਹੋ, ਜਿਹੜਾ 344 ਆ ਉਹ ਸਾਡਾ 7 ਦੀ ਕਿਊਬ ਜੋੜ 1, 7 7 49, 49 7 343, 343 'ਚ 1 ਜੋੜਿਆ 344। ਤਾਂ ਸਾਡਾ ਜਿਹੜਾ 37 ਆ ਉਹ ਬਿਲਕੁਲ ਸਹੀ ਆਨਸਰ ਆ। ਬੜਾ ਇੰਟਰਸਟਿੰਗ ਸੀ। ਤਾਂ ਪਿਆਰੇ ਵਿਦਿਆਰਥੀਓ, ਜੇਕਰ ਤੁਸੀਂ ਚਾਹੁੰਦੇ ਹੋ ਵੀ ਤੇਜ਼ੀ ਨਾਲ ਸਵਾਲ ਕਰ ਸਕੋ ਤਾਂ ਤੁਸੀਂ ਕੋਸ਼ਿਸ਼ ਕਰੋ ਵੀ ਘੱਟੋ ਘੱਟ ਪਹਿਲੀਆਂ 20 ਸੰਖਿਆਵਾਂ ਦੇ ਵਰਗ ਅਤੇ ਪਹਿਲੀਆਂ 20 ਸੰਖਿਆਵਾਂ ਦੇ ਘਣ ਵੀ ਤੁਹਾਨੂੰ ਪਤਾ ਹੋਣ, ਜਿਸ ਕਰਕੇ ਤੁਹਾਡੀਆਂ ਕੈਲਕੂਲੇਸ਼ਨਸ ਨੇ ਜੋ ਫਾਸਟ ਹੋ ਜਾਣਗੀਆਂ। ਹਾਂ ਵੀ ਪਿਆਰੇ ਵਿਦਿਆਰਥੀਓ, 6ਵਾਂ ਸਵਾਲ ਤੁਹਾਨੂੰ ਸਕਰੀਨ 'ਤੇ ਨਜ਼ਰ ਆ ਰਿਹਾ ਹੈਗਾ। ਸੀਰੀਜ਼ ਦੇਖੋ ਧਿਆਨ ਨਾਲ। ਅਤੇ ਆਪਸ਼ਨਾਂ ਵੀ ਤੁਹਾਡੇ ਕੋਲ ਸਾਹਮਣੇ ਨੇਗੀਆਂ। ਤਾਂ ਜਦੋਂ ਸੋਚੋ, ਕੁਝ ਕੁ ਸਕਿੰਟ ਮੈਂ ਤੁਹਾਨੂੰ ਦਿੰਦਾ ਸੋਚਣ ਵਾਸਤੇ।
ਉਮੀਦ ਆ ਤੁਸੀਂ ਸਹੀ ਉੱਤਰ ਲੱਭ ਲਿਆ ਹੋਣਾਗਾ। ਅਸੀਂ ਦੇਖਦੇ ਹਾਂ ਵੀ ਜਿਹੜੀ ਸੀਰੀਜ਼ ਆ ਸਾਡੀ 23, 29, 31, 37, 41, ਤਾਂ ਥੋੜ੍ਹਾ ਜਿਹਾ ਤੁਸੀਂ ਦਿਮਾਗ 'ਤੇ ਸਟ੍ਰੈਸ ਪਾਓ, ਥੋੜ੍ਹਾ ਜਿਹਾ ਸੋਚੋ। ਤਾਂ ਅਸੀਂ ਦੇਖ ਕੀ ਰਹੇ ਹਾਂ ਵੀ ਇਹ ਸਾਰੇ ਪ੍ਰਾਈਮ ਨੰਬਰ ਨੇ, ਅਭਾਜ ਸੰਖਿਆਵਾਂ ਨੇ। 23 ਤੋਂ ਸ਼ੁਰੂ ਹੋ ਗਈ, 23 ਭਾਜ ਆ, 23 ਤੋਂ ਬਾਅਦ 29, 31, 37, 41, 43, ਹੋਰ ਤਾਂ ਕੋਈ ਲੜੀ ਬਣ ਹੀ ਨਹੀਂ ਰਹੀ, ਅਭਾਜ ਸੰਖਿਆਵਾਂ ਨੇ। ਤਾਂ 43 ਤੋਂ ਅਗਲਾ ਭਾਜ ਸੰਖਿਆ ਕਿਹੜੀ ਆ? 45 ਵੀ ਭਾਜ ਆ, 49 ਵੀ ਭਾਜ ਆ, 51 ਵੀ ਭਾਜ ਆ। ਤਾਂ ਸਾਡਾ ਉੱਤਰ ਕਿੰਨਾ ਆ ਜਾਊਗਾ? 47। ਤਾਂ ਸਾਡੀ ਜਿਹੜੀ ਆਪਸ਼ਨ ਆ ਦੂਸਰਾ ਸਾਡਾ ਆਨਸਰ ਆ ਜਾਏਗਾ 47, ਕਿਉਂਕਿ ਇਹ ਸਾਰੀਆਂ ਅਭਾਜ ਸੰਖਿਆਵਾਂ ਨੇਗੀਆਂ। ਕਿਹੜੀਆਂ ਸੰਖਿਆਵਾਂ ਨੇ? ਅਭਾਜ ਸੰਖਿਆਵਾਂ। ਅਭਾਜ ਯਾਨੀ ਕਿ ਪ੍ਰਾਈਮ ਨੰਬਰ ਸੀਗੇ ਇਹ, ਪ੍ਰਾਈਮ ਨੰਬਰਸ। ਇਸ ਕਰਕੇ ਸਾਡਾ ਆਨਸਰ ਆ ਗਿਆ 47। ਹਾਂ ਵੀ ਪਿਆਰੇ ਵਿਦਿਆਰਥੀਓ, 7ਵਾਂ ਸਵਾਲ ਤੁਹਾਡੇ ਸਕਰੀਨ 'ਤੇ ਤੁਹਾਨੂੰ ਨਜ਼ਰ ਆ ਰਿਹਾ ਹੈਗਾ। ਲੱਭੋ ਕਰਾਂ ਸਹੀ ਉੱਤਰ। ਉਮੀਦ ਆ ਤੁਸੀਂ ਲੱਭੋਗੇ ਲਾਜ਼ਮੀ। ਹਾਂ ਵੀ ਪਿਆਰੇ ਵਿਦਿਆਰਥੀਓ, ਸਵਾਲ ਸ਼ੁਰੂ ਕਰਨ ਲੱਗੇ ਆਂਗੇ। ਸਭ ਤੋਂ ਪਹਿਲਾਂ ਅਸੀਂ ਮੈਂਬਰਾਂ ਨੂੰ ਧਿਆਨ ਨਾਲ ਦੇਖਾਂਗੇ। ਲੜੀ ਦੇ ਮੈਂਬਰ 3, 9, 21, 45, 93। 4 ਆਪਸ਼ਨਾਂ ਨੇ ਸਾਡੇ ਕੋਲੇ। 30, 9, 3, 7, 21, 3, 15, 45, 31, 93। ਕੋਈ ਸੀਰੀਜ਼ ਨਹੀਂ ਬਣ ਰਹੀ ਇਸ ਤਰ੍ਹਾਂ। ਥੋੜ੍ਹਾ ਜਿਹਾ ਤੁਸੀਂ ਸਟ੍ਰੈਸ ਦਿਓ ਵੀ ਆਪਸੀ ਸੰਬੰਧ ਕੀ ਨੇ। ਤਾਂ ਅਸੀਂ ਦੇਖ ਰਹੇ ਹਾਂਗੇ ਵੀ ਪਹਿਲੇ ਅਤੇ ਦੂਸਰੇ ਮੈਂਬਰ ਨੂੰ ਜੇ ਅਸੀਂ 3 ਨੂੰ 2 ਨਾਲ ਗੁਣਾ ਕਰ ਦਈਏ, 3 ਦੂਣੀ 6, ਅਤੇ ਉਹਦੇ ਵਿੱਚ 3 ਜੋੜ ਦਈਏ ਤਾਂ 9 ਬਣ ਗਿਆ। ਫਿਰ ਅਸੀਂ ਜੇਕਰ 9 ਨੂੰ 2 ਨਾਲ ਗੁਣਾ ਕਰ ਦਈਏ ਅਤੇ ਉਹਦੇ ਵਿੱਚ 3 ਜੋੜ ਦਈਏ ਤਾਂ 21 ਬਣ ਗਿਆ। ਇਸ ਤਰ੍ਹਾਂ ਹੀ ਜੇਕਰ 21 ਨੂੰ 2 ਨਾਲ ਗੁਣਾ ਕਰਦੇ ਹਾਂ, 21 ਨਾਲ 42 ਅਤੇ ਵਿੱਚ 3 ਜੋੜ ਦਈਏ ਤਾਂ 45 ਬਣ ਗਿਆ। ਤਾਂ ਸੀਰੀਜ਼ ਸਾਡੀ ਚੱਲ ਪਈ। ਤਾਂ 45 ਨੂੰ 2 ਨਾਲ ਗੁਣਾ ਕਰ ਦਿਆਂਗੇ, 45 ਤੋਂ 90, 90 ਅਤੇ 3 93। ਇਸੇ ਤਰ੍ਹਾਂ ਹੀ 93 ਨੂੰ 2 ਨਾਲ ਗੁਣਾ ਕਰਾਂਗੇ, ਉਹਦੇ ਵਿੱਚ 3 ਜੋੜਾਂਗੇ ਤਾਂ ਦੇਖੋ ਕਿੰਨਾ ਬਣ ਜਾਏਗਾ। 93 ਦੂਣਾ ਇੱਧਰ ਗੁਣਾ ਕਰ ਲੈਂਦੇ ਹਾਂ, 2 ਤੀਏ 6, 2 ਨਾਏ 18, ਉਹਦੇ ਵਿੱਚ 3 ਜੋੜਾਂਗੇ, 6 3 9, 8 1, ਤਾਂ 189 ਯਾਨੀ ਕਿ 199 ਸਾਡਾ ਜਿਹੜਾ ਉੱਤਰ ਆ ਜਾਵੇਗਾ ਸੈਕੰਡ ਆਪਸ਼ਨ। ਦੇਖੋ ਸੀਰੀਜ਼ ਬਣ ਗਈ। ਧਿਆਨ ਨਾਲ ਇੱਕ ਵਾਰੀ ਫੇਰ ਦੇਖ ਲਓ ਤੁਸੀਂ। ਤਾਂ ਇਸ ਤਰ੍ਹਾਂ ਇਸ ਤਰੀਕੇ ਨਾਲ ਜਿਹੜਾ ਸਾਡੀ ਆਪਸ਼ਨ ਆ ਉਹ ਦੂਸਰੀ ਆ ਜਾਵੇਗੀ। ਪਿਆਰੇ ਵਿਦਿਆਰਥੀਓ, 9ਵਾਂ ਸਵਾਲ ਤੁਹਾਡੀ ਸਕਰੀਨ 'ਤੇ ਤੁਹਾਨੂੰ ਨਜ਼ਰ ਆ ਰਿਹਾ ਹੈਗਾ। ਸੀਰੀਜ਼ ਹੈਗੀ ਹੈ ਸਾਡੇ ਕੋਲੇ 840, 168, 42, 14, 7। 4 ਆਪਸ਼ਨਾਂ ਨੇ ਸਾਡੇ ਕੋਲੇ 4, 7, 6, 3। ਤਾਂ ਧਿਆਨ ਨਾਲ ਦੇਖੋ, ਲੱਭੋ ਸਹੀ ਉੱਤਰ, ਲੱਭੋ। ਸ਼ਾਬਾਸ਼, ਕੋਸ਼ਿਸ਼ ਕਰੋ ਸਾਰੇ ਵਿਦਿਆਰਥੀ। ਕੋਈ ਨਾ ਕੋਈ ਸੰਬੰਧ ਆਪਸ ਵਿੱਚ ਜੋੜਨ ਦੀ ਕੋਸ਼ਿਸ਼ ਕਰੋ। ਉਮੀਦ ਹੈ ਤੁਸੀਂ ਸਹੀ ਉੱਤਰ ਲੱਭਿਆ ਹੋਣਾ। ਚਲੋ ਅਸੀਂ ਸ਼ੁਰੂ ਕਰਦੇ ਹਾਂ ਸਵਾਲ। ਜਦੋਂ ਅਸੀਂ ਦੇਖ ਰਹੇ ਹਾਂ, ਦੇਖੋ ਘਟ ਰਹੀ ਹੈ ਸੀਰੀਜ਼ 840, 168, 42, 14, 7 ਘਟ ਰਹੀ ਹੈਗੀ। ਤਾਂ ਅਸੀਂ ਕੋਈ ਨਾ ਕੋਈ ਸੰਬੰਧ ਦੇਖਦੇ ਹਾਂ। ਅਸੀਂ ਪਿੱਛੋਂ ਦੇਖਦੇ ਹਾਂ, ਪਿੱਛੇ ਸੰਖਿਆਵਾਂ ਛੋਟੀਆਂ ਨੇ, ਸਾਨੂੰ ਸੌਖ ਹੋ ਰਹੀ ਹੈਗੀ। ਜਿਸ ਤਰ੍ਹਾਂ 7 ਆ, 7 ਦੂਣੀ 14, 14 ਤੀਆ 42, 42 ਨੂੰ 4 ਨਾਲ ਗੁਣਾ ਕੀਤੀ, 42 ਚੌਕਾ 168, 168 ਨੂੰ 5 ਨਾਲ ਗੁਣਾ ਕੀਤੀ, 5 8 40, 5 31, 4 34 ਦਾ ਚੌਕਾ, 5 1 5 3 8, ਯਾਨੀ ਕਿ 168, 5 840। ਤਾਂ ਹੁਣ ਸਾਡੇ ਕੋਲ ਇੱਕ ਸੀਰੀਜ਼ ਬਣ ਗਈ। ਦੇਖੋ ਅਸੀਂ ਇੱਥੇ ਮੈਂ ਦਿਖਾਉਣਾ ਤੁਹਾਨੂੰ। ਜਦੋਂ ਅਸੀਂ 840 ਨੂੰ ਅਸੀਂ ਵੰਡ ਕਰ ਰਹੇ ਹਾਂਗੇ 5 'ਤੇ, ਤਾਂ ਸਾਡੇ ਕੋਲ 168 ਆ ਜਾਂਦਾ ਹੈਗਾ। 168 ਨੂੰ ਅਸੀਂ ਵੰਡ ਕਰ ਰਹੇ ਹਾਂਗੇ 4 'ਤੇ, ਤਾਂ ਸਾਡੇ ਕੋਲ 42 ਆ ਜਾਵੇਗਾ। 42 ਨੂੰ ਜਦੋਂ ਅਸੀਂ ਵੰਡ ਕਰ ਰਹੇ ਹਾਂ 3 'ਤੇ, 14 ਆ ਗਿਆ। 14 ਨੂੰ ਅਸੀਂ ਵੰਡ ਕਰ ਰਹੇ ਹਾਂ 2 'ਤੇ, ਸਾਡੇ ਕੋਲ 7 ਆ ਗਿਆ। ਤਾਂ 7 ਨੂੰ ਕਿੰਨੇ 'ਤੇ ਵੰਡ ਕਰਾਂਗੇ? ਲੜੀ ਤੋੜੋ ਨਾ। 7 ਨੂੰ 1 'ਤੇ ਵੰਡ ਕੀਤਾ ਤਾਂ ਸਾਡੇ ਕੋਲ 7 ਆ ਗਿਆ। ਤਾਂ ਅਸੀਂ ਸਾਡਾ ਉੱਤਰ 7 ਆਉਣਾ ਚਾਹੀਦਾ, ਯਾਨੀ ਕਿ ਦੂਸਰੀ ਆਪਸ਼ਨ ਸਾਡੀ ਸਹੀ ਆ। 7 ਸਾਡਾ ਆਨਸਰ ਆ ਗਿਆ। ਉਮੀਦ ਆ ਤੁਹਾਨੂੰ ਇਹ ਸਮਝ ਆ ਗਿਆ ਹੋਣਾਗਾ। ਪਿਆਰੇ ਵਿਦਿਆਰਥੀਓ, 10ਵਾਂ ਸਵਾਲ ਤੁਹਾਡੀ ਸਕਰੀਨ 'ਤੇ ਤੁਹਾਨੂੰ ਨਜ਼ਰ ਆ ਰਿਹਾ ਹੈਗਾ।
ਇਸ ਸੀਰੀ ਦੇ ਵਿੱਚ ਸਾਡੇ ਕੋਲੇ ਅੰਗਰੇਜ਼ੀ ਦੇ ਅਲਫਾਬੈਟ ਵੀ ਨੇ, ਧਿਆਨ ਨਾਲ ਦਿਓ, ਤੇ ਨੰਬਰ ਵੀ ਹੈਗੇ ਨੇਗੇ। ਤਾਂ ਨੰਬਰ ਅਸੀਂ ਦੇਖ ਰਹੇ ਹਾਂ 5, 8, 11, 14, 14 ਤੋਂ ਬਾਅਦ 17 ਆਵੇਗਾ। ਇਹ ਤਾਂ ਸਾਨੂੰ ਸ਼ਿਓਰ ਹੀ ਹੋ ਗਿਆ ਵੀ 17 ਤਾਂ ਆਉਣਾ ਹੀ ਆਉਣਾ ਗਾ। ਸਾਰਿਆਂ ਆਪਸ਼ਨਾਂ ਦੇ ਵਿੱਚ 17 ਹੈਗੀਆਂ ਨੇ, ਇਹ ਤਾਂ ਭੁੱਲ ਹੀ ਜਾਓ, ਇਹ ਦੇਖਣ ਦੀ ਕੋਈ ਲੋੜ ਹੀ ਨਹੀਂ ਰਹੀ ਹੁਣ ਸਾਨੂੰ। ਤਾਂ ਹੁਣ ਤੁਸੀਂ ਸੋਚੋ, ਥੋੜ੍ਹਾ ਸੋਚੋ, ਤੁਹਾਨੂੰ ਮੈਂ 4-5 ਸਕਿੰਟ ਦਿੰਦਾ ਗਾ ਸੋਚਣ ਵਾਸਤੇ। 17 ਤਾਂ ਦੇਖੋ ਆਏਗਾ ਹੀ ਆਏਗਾ। ਉਮੀਦ ਆ ਤੁਸੀਂ ਲੱਭਣ ਦੀ ਕੋਸ਼ਿਸ਼ ਕੀਤੀ ਹੋਣੀ ਆਨਸਰ। ਲੱਭ ਲਿਆ ਹੋਣਾ ਤੁਸੀਂ ਆਨਸਰ। ਹੁਣ ਅਸੀਂ ਦੇਖਦੇ ਆਂਗੇ ਵੀ ਜਿਹੜੇ ਅੰਗਰੇਜ਼ੀ ਦੇ ਅਲਫਾਬੈਟ ਆ ਉਹਨਾਂ ਦੀ ਕੀ ਸੀਰੀਜ਼ ਆ। ਹੁਣ ਤੁਸੀਂ ਧਿਆਨ ਦਿਓ KIGE, ਤੁਸੀਂ ABC ਵੀ ਲਿਖ ਸਕਦੇ ਹੋ ਜੇਕਰ ਇਸ ਤਰ੍ਹਾਂ ਦੇ ਸਵਾਲ ਆਉਂਦੇ ਆ। ਸ਼ੁਰੂ ਦੇ ਵਿੱਚ ਤੁਸੀਂ ਪ੍ਰੈਕਟਿਸ ਲਈ ABC ਇੱਥੇ ਲਿਖ ਸਕਦੇ ਹੋਗੇ। ਅਤੇ ਇਸ ਤੋਂ ਇਲਾਵਾ ਤੁਸੀਂ ਹੁਣ ਧਿਆਨ ਦਿਓ, ਇੱਥੇ ਅਸੀਂ EG ਇੱਥੋਂ ਸ਼ੁਰੂ ਕਰੋ, E ਫਿਰ G ਪਿੱਛੋਂ ਸ਼ੁਰੂ ਕੀਤਾ ਅਸੀਂ, ਯਾਨੀ ਕਿ E ਦੇ ਵਿੱਚ ਕੀ ਸੰਬੰਧ ਆ, EF ਇੱਕ ਅੱਖਰ ਛੱਡ ਕੇ ਆ ਰਿਹਾ ਹੈਗਾ। G ਤੋਂ ਬਾਅਦ ਫਿਰ ਹੈਗੀ I, ਜਾਣੀ ਕਿ H ਇੱਕ ਅੱਖਰ ਛੱਡ ਰਿਹਾ ਹੈਗਾ। I ਤੋਂ ਬਾਅਦ K ਆ, ਜਾਣੀ ਕਿ J ਛੱਡ ਰਿਹਾ ਹੈਗਾ। EFGHIJK, ਤਾਂ ਇਹਦਾ ਮਤਲਬ E ਇੱਧਰ ਫਿਰ ਕਿਹੜਾ ਅੱਖਰ ਆਵੇਗਾ, ਅਸੀਂ D ਛੱਡਾਂਗੇ ਤਾਂ ਇੱਥੇ ਕਿਹੜਾ ਅੱਖਰ ਆਉਣਾ ਚਾਹੀਦਾ ਪਹਿਲਾ, CD, ਤਾਂ ਇਹਦਾ ਮਤਲਬ ਸਾਡਾ ਪਹਿਲਾ ਅੱਖਰ C ਆਉਣਾ ਚਾਹੀਦਾ। ਇੱਥੇ C ਆਵੇਗਾ, ਪਿੱਛੇ 17 ਆਵੇਗਾ, ਆਹ ਅੱਖਰ ਸਾਨੂੰ ਲੱਭਣਾ ਬਾਕੀ ਆ। ਹੁਣ ਅਸੀਂ ਦੂਸਰੇ ਅੱਖਰ ਦੇਖਦੇ ਹਾਂ MPSV, ਇਹਨਾਂ ਦੇ ਵਿੱਚ ਸੰਬੰਧ ਦੇਖਦੇ ਹਾਂ ਵੀ ਕੀ ਆ। ਅਸੀਂ M ਤੋਂ ਬਾਅਦ ਹੈਗਾ P, M ਤੋਂ ਬਾਅਦ P ਆ, ਤਾਂ ਕਿੰਨੇ ਅੱਖਰ ਹੋ ਗਏ, MNO, 2 ਅੱਖਰਾਂ ਦਾ ਡਿਫਰੈਂਸ ਆ। P ਤੋਂ ਬਾਅਦ S ਆ, ਜਾਣੀ ਕਿ QRS, PQRS, 2 ਅੱਖਰਾਂ ਦਾ ਜਾਣੀ ਕਿ ਗੈਪ ਆ। ਫਿਰ V ਆ, B S ਤੋਂ ਬਾਅਦ T ਰਹਿ ਗਿਆ, U ਰਹਿ ਗਿਆ, B ਆ ਗਈ, ਤਾਂ B ਤੋਂ ਬਾਅਦ ਵੀ 2 ਅੱਖਰਾਂ ਦਾ ਗੈਪ ਹੋਵੇਗਾ। ਕਿਹੜੇ ਕਿਹੜੇ, WX, ਤਾਂ ਫਿਰ ਕਿਹੜਾ ਅੱਖਰ ਆਉਣਾ ਚਾਹੀਦਾ ਇੱਥੇ, Y, ਤਾਂ ਸਾਡਾ ਜਿਹੜਾ ਉੱਤਰ ਆਉਣਾ ਚਾਹੀਦਾ ਉਹ CY17। ਦੇਖੋ ਆਪਸ਼ਨ ਦੇ ਵਿੱਚ ਹੈਗਾ CY17, ਤਾਂ ਦੂਸਰੀ ਆਪਸ਼ਨ ਆ ਜਿਹੜੀ ਸਾਡੀ ਸਹੀ ਆ। ਤਾਂ ਅਸੀਂ ਅੱਖਰਾਂ ਦੇ ਆਪਸੀ ਸੰਬੰਧ ਲੱਭੇ ਨੇ ਵੀ ਕਿਹੜੇ ਕਿਹੜੇ ਅੱਖਰਾਂ ਦੇ ਵਿੱਚ ਕਿੰਨੇ ਕਿੰਨੇ ਅੱਖਰਾਂ ਦੇ ਡਿਫਰੈਂਸ ਨਾਲ ਸੰਬੰਧ ਵਾਕੀ ਨੇ। ਤਾਂ ਪਿਆਰੇ ਵਿਦਿਆਰਥੀਓ, ਜਿਹੜੀ ਸਾਡੀ ਆਪਸ਼ਨ ਆ ਸੈਕੰਡ ਆਪਸ਼ਨ ਬਿਲਕੁਲ ਸਹੀ ਆ। ਅਤੇ ਉਮੀਦ ਆ ਤੁਹਾਨੂੰ ਇਹ ਸਵਾਲ ਸਮਝ ਆ ਗਿਆ ਹੋਣਾ ਗਾ। ਤਾਂ ਪਿਆਰੇ ਵਿਦਿਆਰਥੀਓ, ਮੈਂਟਲ ਐਬਿਲਿਟੀ ਦੇ ਸਵਾਲ ਕਰਨ ਲਈ ਕੁਝ ਕੁ ਗੱਲਾਂ ਦਾ ਤੁਸੀਂ ਧਿਆਨ ਰੱਖ ਸਕਦੇ ਹੋ। ਉਹਦੇ ਵਿੱਚ ਹੈਗਾ ਵੀ ਇੱਕ ਤਾਂ ਤੁਹਾਨੂੰ ਟੇਬਲ ਆਉਂਦੇ ਹੋਣ, ਤੁਹਾਨੂੰ ਪ੍ਰਾਈਮ ਅੰਕਾਂ ਬਾਰੇ, ਭਾਜ ਸੰਖਿਆਵਾਂ ਬਾਰੇ ਪਤਾ ਹੋਣਾ ਚਾਹੀਦਾ। ਕਮ ਸੇ ਕਮ ਪਹਿਲੀਆਂ 20 ਸੰਖਿਆਵਾਂ ਦੇ ਵਰਗ ਅਤੇ 20 ਸੰਖਿਆਵਾਂ ਦੇ ਘਣ ਤੁਹਾਡੇ ਜ਼ਬਾਨੀ ਯਾਦ ਹੋਣੇ ਚਾਹੀਦੇ ਨੇ, ਜਿਹਦੇ ਨਾਲ ਤੁਹਾਡੀਆਂ ਕੈਲਕੂਲੇਸ਼ਨਸ ਨੇ ਜਿਹੜੀਆਂ ਤੁਹਾਡੀਆਂ ਫਾਸਟ ਹੋ ਜਾਣਗੀਆਂ, ਅਤੇ ਜਿਸ ਕਰਕੇ ਤੁਸੀਂ ਇਹਨੂੰ ਘੱਟ ਸਮੇਂ ਦੇ ਵਿੱਚ ਸੋਲਵ ਕਰ ਸਕਦੇ ਹੋ। ਇੱਕ ਹੋਰ ਗੱਲ ਆ, ਤੁਸੀਂ ਇਹ 10 ਸਵਾਲ ਮੈਂ ਤੁਹਾਨੂੰ ਕਰਾਏ ਨੇ, ਹੋਰ ਸਵਾਲਾਂ ਦੀ ਤੁਸੀਂ ਪ੍ਰੈਕਟਿਸ ਕਰੋ। ਅਤੇ ਆਉਣ ਵਾਲੀ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਹੋਰ ਵੀ ਸਵਾਲ ਲੈ ਕੇ ਆਵਾਂਗਾ, ਤਾਂ ਜੋ ਤੁਹਾਡੇ ਕਨਸੈਪਟ, ਮੈਂ ਕੋਸ਼ਿਸ਼ ਕੀਤੀ ਇਹਨਾਂ ਸਵਾਲਾਂ ਦੇ ਵਿੱਚ ਕਨਸੈਪਟ ਤੁਹਾਡਾ ਚੰਗੀ ਤਰ੍ਹਾਂ ਕਲੀਅਰ ਹੋ ਜਾਵੇ ਅਤੇ ਤੁਹਾਨੂੰ ਕੋਈ ਸਮੱਸਿਆ ਨਾ ਰਹੇ। ਅਤੇ ਉਮੀਦ ਕਰਦਾ ਤੁਹਾਨੂੰ ਇਹ ਜੋ ਮੈਂ ਸਮਝਾਏ ਨੇ ਸਵਾਲ ਅੱਛੇ ਲੱਗੇ ਹੋਣੇ ਆ, ਅਤੇ ਮੈਂ ਕੋਸ਼ਿਸ਼ ਕੀਤੀ ਸੀ ਵਧੀਆ ਤਰੀਕੇ ਨਾਲ ਤੁਹਾਨੂੰ ਸਮਝਾਵਾਂ। ਅਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ।